ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਘਰ ਹੱਥ, ਨਾਨਕ ਦੇ ਘਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਗੁਰਾਂ ਦਾ ਖਾਸ ਸਰੂਪ, ਗੁਰਾਂ ਵੱਲੋਂ ਸਾਜੀ ਔਰ ਨਵਾਜੀ ਸਾਧ ਸੰਗਤ ਜੀ, ਆਪ ਜੀ ਨੂੰ ਭਲੀ ਭਾਂਤ ਪਤਾ ਹੈ, ਜਾਣੂ ਹੋ। ਪਿੱਛੇ ਅਸੀਂ ਸ੍ਰੀ ਹਰਗੋਬਿੰਦਪੁਰ ਨਗਰ ਔਰ 6ਵੀਂ ਪਾਤਸ਼ਾਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਔਰ ਜੰਗ ਦਾ ਪਹਿਲਾ ਦਿਨ, ਉਸ ਵੀਡੀਓ ਦੇ ਵਿੱਚ ਅਸੀਂ ਜ਼ਿਕਰ ਕਰ ਆਏ ਹਾਂ ਆਡੀਓ ਦੇ ਵਿੱਚ। ਆਓ ਅੱਜ ਉਸੇ ਜੰਗ ਦਾ ਦੂਜਾ ਦਿਨ ਹੈ, ਕਿਉਂਕਿ ਇੱਥੇ 3 ਦਿਨ ਜੰਗ ਲਗਾਤਾਰ ਹੋਈ ਹੈ ਔਰ ਬੜੇ ਜੋਸ਼ ਦੇ ਨਾਲ ਇਹ ਜੰਗ 3 ਦਿਨ ਹੋਈ ਹੈ। ਆਓ ਇਤਿਹਾਸ ਵਿੱਚੋਂ ਜ਼ਿਕਰ ਕਰਕੇ ਔਰ ਜੰਗ ਪ੍ਰਤੀ ਇਤਿਹਾਸਕ ਘਟਨਾਵਾਂ ਦਾ ਜੋ ਵੀ ਤਵਾਰੀਖ ਸਾਨੂੰ ਦੱਸਦੀ ਹੈ, ਅਸੀਂ ਉਸ ਇਤਿਹਾਸ ਨੂੰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਔਰ ਆਨੰਦ ਲਈਏ। ਅਗਲੇ ਦਿਨ ਸਵੇਰੇ ਹੀ ਗੁਰੂ ਜੀ ਨੇ ਭਾਈ ਨਾਨੂ ਜੀ ਦੀ ਬਹਾਦਰੀ ਦਾ ਜ਼ਿਕਰ ਕੀਤਾ ਤੇ ਇਕੱਠੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਆ। ਭਾਈ ਪਰਾਗਾ ਜੀ ਨੇ ਕਮਾਨ ਸੰਭਾਲ ਲਈ ਤੇ ਵੱਖ-ਵੱਖ ਦਸਤਿਆਂ ਦੀ ਕਮਾਨ ਭਾਈ ਜਗਨਾ, ਭਾਈ ਸਕਦੂ, ਭਾਈ ਪਿਰਾਨਾ, ਭਾਈ ਭੋਲਣ ਨੇ ਸੰਭਾਲ ਲਈ। ਭਾਈ ਬਿਧੀ ਚੰਦ ਨੇ ਰਾਖਵੇਂ ਜਥੇ ਦੀ ਅਗਵਾਈ ਸੰਭਾਲ ਰੱਖੀ। ਉਧਰ ਅਬਦੁੱਲਾ ਖਾਂ ਨੇ ਆਪ ਕਮਾਨ ਸੰਭਾਲ ਰੱਖੀ। ਸਿੱਖਾਂ ਨੇ ਵੱਧ ਚੜ੍ਹ ਕੇ ਹੱਲੇ ਕੀਤੇ ਤੇ ਵਿਰੋਧੀਆਂ ਨੂੰ ਹੈਰਾਨ ਕੀਤਾ। ਸਿੱਖ ਐਸੇ ਕਰਾਰੇ ਹੱਥ ਦਿਖਾ ਰਹੇ ਸਨ ਕਿ ਅਬਦੁੱਲਾ ਖਾਂ ਦੇ ਮੂੰਹ ਤੋਂ ਨਿਕਲ ਗਿਆ, ਅਸੀਂ ਤਾਂ ਇਹਨਾਂ ਨੂੰ ਨਾਈ, ਸ਼ੀਂਬੇ ਤੇ ਬਰੂਟ ਹੀ ਸਮਝਦੇ ਸੀ, ਪਰ ਇਹ ਤਾਂ ਯੋਧਿਆਂ ਦੀ ਸੈਨਾ ਨਿਕਲੀ। ਅਬਦੁੱਲਾ ਖਾਂ ਨੇ ਆਪਣੇ ਵੱਡੇ ਪੁੱਤਰ ਨਬੀ ਬਖਸ਼ ਨੂੰ ਟਾਕਰੇ ਲਈ ਅੱਗੇ ਭੇਜ ਦਿੱਤਾ। ਨਾਲ ਕਰਮ ਚੰਦ ਨੂੰ ਵੰਗਾਰ ਪਾਈ ਕਿ ਭਾਈ ਬਿਧੀ ਚੰਦ ਨੂੰ ਰੋਕੋ। ਕਰਮ ਚੰਦ ਨੇ ਦੂਰੋਂ ਹੀ ਤੀਰ ਭਾਈ ਬਿਧੀ ਚੰਦ ਨੂੰ ਮਾਰਿਆ। ਉਹ ਭਾਈ ਜੀ ਦੇ ਸਰੀਰ ਵਿੱਚ ਧਸ ਗਿਆ। ਭਾਈ ਜੀ ਨੇ ਉਹ ਹੀ ਤੀਰ ਕੱਢ ਕੇ ਵਾਪਸ ਵਗਾਹ ਮਾਰਿਆ। ਕਰਮ ਚੰਦ ਤਾਂ ਬਚ ਗਿਆ, ਪਰ ਘੋੜਾ ਥਾਂ ਹੀ ਡਿੱਗ ਪਿਆ। ਜਦ ਉਹ ਘੋੜੇ ਤੋਂ ਪੈਦਲ ਹੋਇਆ ਤਾਂ ਬਿਧੀ ਚੰਦ ਨੇ ਕਮੰਦ ਪਾ ਕੇ ਉਸ ਨੂੰ ਧੂ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਸੁੱਟਿਆ ਤੇ ਜਾਨੋਂ ਮੁਕਾਉਣ ਦੀ ਆਗਿਆ ਮੰਗੀ। ਗੁਰੂ ਜੀ ਨੇ ਨਿਹੱਥਾ ਸਮਝ ਕੇ ਮਾਰਨ ਤੋਂ ਵਰਜ ਦਿੱਤਾ। ਕੈਸੇ ਸਾਡੇ ਦੀਨ ਦਿਆਲ ਸਤਿਗੁਰੂ ਹਨ, ਕੈਸੇ ਦਇਆ ਦੇ ਘਰ ਹਨ। ਦੁਸ਼ਮਣ ਨੂੰ ਨਿਹੱਥਾ ਵੇਖਦੇ ਹਨ ਤੇ ਕਹਿੰਦੇ ਹਨ ਇਸ ਤੇ ਵਾਰ ਨਹੀਂ ਕਰਨਾ। ਕਰਮ ਚੰਦ ਨੱਸ ਕੇ ਫਿਰ ਅਬਦੁੱਲਾ ਖਾਂ ਕੋਲ ਗਿਆ ਤੇ ਆਪਣੇ ਵੱਲੋਂ ਭੇਦ ਦੀਆਂ ਗੱਲਾਂ ਦੱਸਦਿਆਂ ਹੋਇਆਂ ਕਿਹਾ ਕਿ ਗੁਰੂ ਨਾਲ ਸਾਥੀ ਥੋੜ੍ਹੇ ਰਹਿ ਗਏ ਹਨ। ਸੂਬੇਦਾਰ ਨੇ ਇਹ ਗੱਲ ਸੁਣ ਕੇ ਕਰੜਾ ਵਾਰ ਕਰਨ ਦੀ ਵਿਉਂਤ ਬਣਾਈ ਤੇ ਨਬੀ ਬਖਸ਼ ਆਪਣੇ ਦਸਤੇ ਨੂੰ ਲੈ ਕੇ ਸਿੱਖ ਫੌਜ ਵਿੱਚ ਜਾ ਵੜਿਆ।
ਭਾਈ ਪਰਮ ਰਾਮ ਦੇ ਜਥੇ ਨੇ ਅੱਗੇ ਵੱਧ ਉਸ ਨੂੰ ਰੋਕਿਆ, ਪਰ ਨਬੀ ਬਖਸ਼ ਦਾ ਤੀਰ ਭਾਈ ਸਾਹਿਬ ਨੂੰ ਘਾਇਲ ਕਰ ਗਿਆ। ਘਾਇਲ ਪਰਮ ਰਾਮ ਜੀ ਨੂੰ ਭਾਈ ਸਖਤੂ ਨੇ ਸਹਾਰਾ ਦਿੱਤਾ ਤੇ ਸੰਭਾਲ ਕੇ ਤਲਵਾਰ ਹੱਥ ਲੈ ਨਬੀ ਬਖਸ਼ ਉੱਤੇ ਭਰਵਾਂ ਵਾਰ ਕੀਤਾ ਤੇ ਉਹ ਥਾਂ ਚਿੱਤ ਹੋ ਗਿਆ। ਨਬੀ ਬਖਸ਼ ਨੂੰ ਡਿੱਗਦਾ ਦੇਖ ਕੇ ਫੌਜ ਨੇ ਭਾਈ ਸਖਤੂ ਤੇ ਭਾਈ ਪਰਮ ਰਾਮ ਜੀ ਨੂੰ ਥਾਂ ਹੀ ਰੱਖ ਲਿਆ। ਅਬਦੁੱਲਾ ਖਾਂ ਨੂੰ ਪੁੱਤਰ ਦਾ ਗਮ ਖਾ ਗਿਆ। ਦੂਸਰਾ ਪੁੱਤਰ ਕਰੀਮ ਬਖਸ਼ ਗੁਰੂ ਜੀ ਦੇ ਉੱਤੇ ਹੱਲਾ ਕਰਨ ਲਈ ਵਧਿਆ, ਪਰ ਰਾਹ ਵਿੱਚ ਬਿਧੀ ਚੰਦ ਨੇ ਰੋਕ ਲਿਆ। ਕਰੀਮ ਬਖਸ਼ ਨੇ ਬਿਧੀ ਚੰਦ ਉੱਤੇ ਵਾਰ ਕਰਨਾ ਸ਼ੁਰੂ ਕੀਤਾ। ਉਸ ਦਾ ਪਹਿਲਾ ਵਾਰ ਖਾਲੀ ਗਿਆ, ਪਰ ਦੂਜੇ ਵਾਰ ਨਾਲ ਬਿਧੀ ਚੰਦ ਦੀ ਤਲਵਾਰ ਟੁੱਟ ਗਈ। ਭਾਈ ਜੀ ਨੇ ਨਾਲ ਦੇ ਸਾਥੀ ਤੋਂ ਤਲਵਾਰ ਖਿੱਚੀ ਤੇ ਕਰੀਮ ਬਖਸ਼ ਨੂੰ ਵੀ ਥਾਂ ਹੀ ਡੇਗ ਲਿਆ। ਕਰੀਮ ਬਖਸ਼ ਨੂੰ ਸਿਸਕੀਆਂ ਲੈਂਦਾ ਦੇਖ ਕੇ ਕਰਮ ਚੰਦ ਤੇ ਰਤਨ ਚੰਦ ਨੱਸ ਗਏ। ਅਬਦੁੱਲਾ ਖਾਂ ਨੇ ਇਹ ਜਾਣ ਲਿਆ ਸੀ ਕਿ ਇੱਕੜ ਦੁੱਕੜ ਹੱਲਿਆਂ ਨਾਲ ਟਾਕਰਾ ਕਰਨਾ ਅਸੰਭਵ ਹੈ। ਉਸਨੇ ਸਾਰੀ ਫੌਜ ਨੂੰ ਹੀ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਅਬਦੁੱਲਾ ਖਾਂ ਨੂੰ ਪੁੱਤਰਾਂ ਦੇ ਮਰਨ ਨਾਲ ਐਸਾ ਰੋਹ ਚੜ੍ਹਿਆ ਕਿ ਉਹ ਫੌਜਾਂ ਚੀਰਦਾ, ਹੱਲੇ ਕਰਦਾ, ਵੰਗਾਰਦਾ ਸਿੱਧਾ ਗੁਰੂ ਜੀ ਦੇ ਸਾਹਮਣੇ ਆ ਗਿਆ। ਗੁਰੂ ਜੀ ਪਾਸ ਉਸ ਸਮੇਂ ਲੱਖੇ ਨਗਾਰਚੀ ਤੇ ਤੀਰਾਂ ਦੀ ਲੱਦੀ ਹੋਈ ਖੱਚਰ ਤੋਂ ਬਿਨਾਂ ਸਿਰਫ 2 ਆਦਮੀ ਹੀ ਸਨ। ਉਸਨੇ ਅੰਧਾ ਧੁੰਦ ਗੁਰੂ ਜੀ ਉੱਤੇ ਵਾਰ ਕਰਨੇ ਆਰੰਭ ਕੀਤੇ। ਕਰਮ ਚੰਦ ਤੇ ਰਤਨ ਚੰਦ ਵੀ ਉਸ ਦੀ ਮਦਦ ਉੱਤੇ ਪੁੱਜ ਗਏ। ਰਤਨ ਚੰਦ ਨੇ ਤੀਰ ਗੁਰੂ ਜੀ ਦੇ ਘੋੜੇ ਦੀ ਗਰਦਨ ਵਿੱਚ ਮਾਰਿਆ ਤੇ ਤਿੰਨਾਂ ਨੇ ਲਗਾਤਾਰ ਇੱਕ ਵਾਰੀ ਹੀ ਤੀਰ ਛੱਡ ਦਿੱਤੇ। ਗੁਰੂ ਜੀ ਤੀਰਾਂ ਦੇ ਵਾਰਾਂ ਨੂੰ ਢਾਲ ਉੱਤੇ ਲੈਂਦੇ ਰਹੇ। ਇਹ ਮਾਰੋ ਮਾਰੀ ਵਿੱਚ ਦੋਹਾਂ ਪਾਸਿਆਂ ਦੇ ਚਾਰੇ ਘੋੜੇ ਮਾਰੇ ਗਏ। ਗੁਰੂ ਜੀ ਤਿੰਨਾਂ ਦੇ ਵਾਰ ਸੰਭਾਲ ਰਹੇ ਸਨ। ਕਰਮ ਚੰਦ ਨੇ ਨੇੜੇ ਹੋ ਕੇ ਗੁਰੂ ਜੀ ਤੇ ਵਾਰ ਕੀਤਾ ਤਾਂ ਗੁਰੂ ਜੀ ਨੇ ਢਾਲ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਤਲਵਾਰ ਨਾਲ ਰਤਨ ਚੰਦ ਦੇ 2 ਟੁਕੜੇ ਕਰ ਦਿੱਤੇ। ਨਵਾਬ ਦੇ ਹਰ ਵਾਰ ਨੂੰ ਗੁਰੂ ਜੀ ਨੇ ਢਾਲ ਉੱਤੇ ਲਿਆ ਤੇ ਰੋਕਿਆ। ਜਦ ਉਹ ਵਾਰ ਕਰ ਹੰਭ ਗਿਆ ਤਾਂ ਗੁਰੂ ਜੀ ਨੇ ਖੰਡੇ ਨਾਲ ਐਸਾ ਵਾਰ ਕੀਤਾ ਕਿ ਅਬਦੁੱਲਾ ਖਾਂ ਮੁਨਾਰੇ ਦੇ ਟੁੱਟਣ ਵਾਂਗੂ ਜ਼ਮੀਨ ਉੱਤੇ ਡਿੱਗ ਪਿਆ। ਉਸ ਨੇ ਡਿੱਗਦੇ ਐਸੀ ਚੀਕ ਮਾਰੀ ਕਿ ਕਰਮ ਚੰਦ ਨੇ ਹੋਸ਼ ਸੰਭਾਲ ਲਈ ਤੇ ਸਿੱਧਾ ਖੜਾ ਹੋ ਕੇ ਗੁਰੂ ਜੀ ਉੱਤੇ ਵਾਰ ਕੀਤੇ ਅਤੇ ਕਿਹਾ, ਢਾਲ ਸੁੱਟ ਕੇ ਸਿਰਫ ਤਲਵਾਰ ਨਾਲ ਆਓ। ਪਰ ਜਦ ਗੁਰੂ ਜੀ ਨੇ ਵਾਰ ਕੀਤਾ ਤਾਂ ਉਹ ਝੱਲ ਨਾ ਸਕਿਆ ਤੇ ਉਸ ਦੀ ਤਲਵਾਰ ਦੇ ਵੀ ਟੁਕੜੇ ਹੋ ਗਏ। ਨਾਲ ਹੀ ਗੁਰੂ ਜੀ ਦੀ ਤਲਵਾਰ ਵੀ ਟੁੱਟ ਗਈ। ਪੀਰੀ ਦੀ ਤਲਵਾਰ ਨਾਲ ਮਾਰਨਾ ਜੋਗ ਨਾ ਜਾਣ ਹੱਥੀਂ ਪਕੜ ਲਿਆ ਤੇ ਪਟਕਾ ਕੇ ਮਾਰਿਆ ਤੇ ਉਸ ਨੇ ਡਿੱਗਦੇ ਹੀ ਪ੍ਰਾਣ ਛੱਡ ਦਿੱਤੇ। ਜੰਗ ਦਾ ਸਾਰਾ ਮੈਦਾਨ ਗੁਰੂ ਜੀ ਦੇ ਹੱਥ ਰਿਹਾ। ਰਾਤ ਤੱਕ ਆਰਾਮ ਕਰਨ ਉਪਰੰਤ ਗੁਰੂ ਜੀ ਨੇ ਮੁਸਲਮਾਨਾਂ ਲਈ ਕਬਰਾਂ ਬਣਵਾਈਆਂ ਤੇ ਸਿੱਖਾਂ ਦਾ ਬਿਆਸਾ ਦੇ ਵਗਦੇ ਜਲ ਵਿੱਚ ਪ੍ਰਵਾਹ ਕਰ ਦਿੱਤਾ। ਅਬਦੁੱਲਾ ਖਾਂ, ਉਸ ਦੇ ਪੁੱਤਰਾਂ ਤੇ 5 ਸੈਨਾਪਤੀਆਂ ਦੀ ਇੱਕੋ ਥਾਂ ਹੀ ਕਬਰ ਬਣਾਈ ਗਈ। ਜਦ ਆਗਰੇ ਵਿੱਚ ਜੰਗ ਦੀ ਖਬਰ ਪੁੱਜੀ ਤਾਂ ਗੁੱਸੇ ਵਿੱਚ ਸ਼ਾਹ ਜਹਾਨ ਨੇ ਹਰ ਗੋਬਿੰਦਪੁਰ ਢਾਉਣ ਦਾ ਹੁਕਮ ਭੇਜਿਆ। ਪਰ ਜਦ ਵਜ਼ੀਰ ਖਾਂ ਤੇ ਦਾਰਾ ਸ਼ਿਕੋਹ ਨੇ ਪੂਰੀ ਗੱਲ ਦੱਸੀ ਤਾਂ ਸ਼ਾਹ ਜਹਾਨ ਨੇ ਅਬਦੁੱਲਾ ਖਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਤੇ ਕਿਹਾ ਕਿ ਉਸ ਨੇ ਫਜ਼ੂਲ ਦੀ ਜੰਗ ਕਿਉਂ ਲੜੀ। ਇਹ ਵੀ ਕਿਹਾ ਜਾਂਦਾ ਹੈ ਕਿ ਜਦ ਵਜ਼ੀਰ ਖਾਨ ਨੇ ਦੱਸਿਆ ਕਿ ਹਰਗੋਬਿੰਦਪੁਰ ਵਿੱਚ ਗੁਰੂ ਜੀ ਨੇ ਇੱਕ ਮਸੀਤ ਵੀ ਬਣਵਾਈ ਹੈ ਤਾਂ ਸ਼ਾਹ ਜਹਾਨ ਬਹੁਤ ਹੀ ਪ੍ਰਭਾਵਿਤ ਹੋਇਆ। ਸ਼ਾਹ ਜਹਾਨ ਦਾ ਕਹਿਣਾ ਸੀ ਕਿ ਉਸ ਦੀ ਇਜਾਜ਼ਤ ਬਗੈਰ ਯੁੱਧ ਕੀਤਾ ਗਿਆ। ਇਸ ਜੰਗ ਨੇ ਦੁਆਬੇ ਦੇ ਸਾਰੇ ਹੀ ਇਲਾਕੇ ਵਿੱਚ ਸਿੱਖੀ ਲਈ ਉਤਸ਼ਾਹ ਵਧਾਇਆ।
ਲੋਕਾਂ ਵਿੱਚ ਸਾਹਸ ਜਾਗਿਆ ਤੇ ਉਹਨਾਂ ਗੁਰੂ ਦੀ ਫੌਜ ਵਿੱਚ ਧਰਮ ਹਿੱਤ ਯੁੱਧ ਕਰਨ ਲਈ ਜਵਾਨੀਆਂ ਭੇਂਟ ਕੀਤੀਆਂ। ਅਬਦੁੱਲਾ ਖਾਨ ਦੇ ਖਤਮ ਹੋ ਜਾਣ ਨਾਲ ਜਲੰਧਰ ਦੁਆਬੇ ਵਿੱਚ ਜ਼ੁਲਮਾਂ ਦਾ ਵੀ ਅੰਤ ਹੋ ਗਿਆ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ। ਅੱਗੇ ਜਿਵੇਂ ਇਹ ਪ੍ਰਸੰਗ ਆਵੇਗਾ ਆਪ ਜੀ ਦੇ ਨਾਲ ਸਾਂਝਾ ਕਰਦੇ ਰਵਾਂਗੇ। ਸੋ ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।